ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मानयोग सतगुਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਿਹਰਮਤ ਦਾ ਸਦਕਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਇਸ ਜਗਤ ਅੰਦਰ ਹਰ ਆਦਮੀ ਇੱਕ ਤੋਂ ਵੱਧ ਕੇ ਇੱਕ ਸਿਆਣਾ ਹੈ। ਸਤਿਗੁਰੂ ਕਹਿੰਦੇ ਇੱਕ ਦੂ ਇੱਕ ਸਿਆਣਾ। ਇੱਥੇ ਹਰ ਕੋਈ ਇੱਕ ਦੂਸਰੇ ਤੋਂ ਵੱਧ ਕੇ ਸਿਆਣਾ ਹੈ। ਕਿਸੇ ਬੰਦੇ ਨੂੰ ਤੁਸੀਂ ਕੋਈ ਗੱਲ ਪੁੱਛੋ ਕਿਸੇ ਵੀ ਚੀਜ਼ ਦੇ ਸੰਬੰਧ ਵਿੱਚ, ਉਹ ਤੁਹਾਨੂੰ ਉਹਦੇ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਸਲਾਹਾਂ ਦੇ ਦੇਗਾ। ਸਲਾਹ ਹਰ ਬੰਦਾ ਦੇ ਹੀ ਦਿੰਦਾ, ਚਾਹੇ ਉਸ ਨੂੰ ਉਸ ਕੰਮ ਬਾਰੇ ਪਤਾ ਹੋਵੇ ਤੇ ਚਾਹੇ ਨਾ ਪਤਾ ਹੋਵੇ, ਕਿਉਂਕਿ ਸਲਾਹ ਦੇਣ ਵਿੱਚ ਕੀ ਜਾਂਦਾ ਹੈ। ਤੇ ਬੰਦਾ ਆਪਣੇ ਆਪ ਨੂੰ ਪਰਫੈਕਟ ਤਾਂ ਸਮਝਦਾ ਹੀ ਹੈ ਕਿ ਮੈਂ ਤੇ ਪਰਫੈਕਟ ਹੈਗਾ ਹੀ ਹਾਂ, ਹਰ ਚੀਜ਼ ਵਿੱਚ ਮੈਨੂੰ ਪਤਾ ਹੀ ਹੈ ਕਿ ਕੀ ਕੰਮ ਕਿਵੇਂ ਹੁੰਦਾ ਹੈ। ਇਸ ਲਈ ਬੰਦਾ ਮੱਤ ਦੇਣ ਲੱਗ ਜਾਂਦਾ ਝੱਟ। ਸਤਿਗੁਰੂ ਕਹਿੰਦੇ ਬੰਦਾ ਹਰ ਚੀਜ਼ ਬਾਰੇ ਕਿਸੇ ਨੂੰ ਸਮਝਾ ਸਕਦਾ ਹੈ, ਮੱਤ ਦੇ ਸਕਦਾ ਹੈ, ਰਾਹ ਦੱਸ ਸਕਦਾ ਹੈ। ਨਾ ਪਤਾ ਹੋਵੇ ਤਾਂ ਇਹ ਅੱਜ ਦੇ ਸਮੇਂ ਵਿੱਚ ਤੇ ਐਸੀ ਹਾਲਤ ਹੈ ਕਿ ਜੇ ਬੰਦੇ ਨੂੰ ਕਿਸੇ ਜਗ੍ਹਾ ਦਾ ਰਸਤਾ ਨਹੀਂ ਨਾ ਪਤਾ ਤਾਂ ਉਹ ਇਹ ਨਹੀਂ ਕਹਿੰਦਾ ਕਿ ਮੈਨੂੰ ਪਤਾ ਨਹੀਂ, ਉਹ ਕਹਿੰਦਾ 1 ਮਿੰਟ ਰੁਕੋ ਮੈਂ ਹੁਣੇ ਤੁਹਾਨੂੰ ਦੱਸਦਾ। ਉਹ ਇੰਟਰਨੈਟ ਤੇ ਸਰਚ ਕਰਕੇ ਫਿਰ ਦੱਸਦਾ ਹੈਗਾ, ਜਦ ਕਿ ਇਹ ਕਹਿਣਾ ਪਸੰਦ ਨਹੀਂ ਕਰੇਗਾ ਕਿ ਮੈਨੂੰ ਨਹੀਂ ਪਤਾ ਹੈ, ਕਿਉਂਕਿ ਇਸ ਤਰ੍ਹਾਂ ਕਹਿਣ ਵਿੱਚ ਹੰਕਾਰ ਨੂੰ ਚੋਟ ਵੱਜਦੀ ਹੈ। ਕਿਉਂਕਿ ਜੇ ਇਹ ਕਹਿ ਦੇਗਾ ਕਿ ਮੈਂ ਨਹੀਂ ਜਾਣਦਾ ਤਾਂ ਫਿਰ ਆਪਣੀ ਹਉਮੈ ਨੂੰ ਤਕਲੀਫ ਹੁੰਦੀ ਹੈ, ਈਗੋ ਹਰਟ ਹੁੰਦੀ ਹੈ। ਇਸ ਲਈ ਲੋਕ ਨਾ ਵੀ ਜਾਣਦੇ ਹੋਣ ਤਾਂ ਝੂਠ ਵੀ ਬੋਲ ਦਿੰਦੇ ਨੇ, ਨਾ ਵੀ ਪਤਾ ਹੋਵੇ ਰਸਤੇ ਦਾ ਤਾਂ ਵੀ ਦੱਸ ਦਿੰਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਐਸੇ ਸਿਆਣੇ ਇਸ ਦੁਨੀਆ ਵਿੱਚ ਬਹੁਤ ਨੇ, ਪਰ ਐਸਾ ਕੋਈ ਸਿਆਣਾ ਜਿਹੜਾ ਵਾਹਿਗੁਰੂ ਦੇ ਦਰ ਦੀ ਗੱਲ ਸਮਝਾ ਦੇਵੇ, ਜਿਹੜਾ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੀ ਗੱਲ ਦੱਸ ਦੇਵੇ। ਕੋਈ ਐਸਾ ਗੁਰਮੁਖ, ਕੋਈ ਐਸਾ ਰੱਬ ਦਾ ਪਿਆਰਾ ਮਿਲ ਜਾਵੇ, ਕਿਉਂਕਿ ਇਸ ਸੰਸਾਰ ਸਮੁੰਦਰ ਨੂੰ ਪਾਰ ਲੰਘਣਾ ਬੜਾ ਔਖਾ ਹੈ। ਇੱਥੇ ਲੋਭ ਮੋਹ ਵਿਸ਼ੇ ਵਾਸ਼ਨਾਵਾਂ ਕਾਮ ਕ੍ਰੋਧ ਬੇਅੰਤ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਅਸੀਂ ਲੋਕ ਉਲਝੇ ਹੋਏ ਹਾਂ, ਜਿਨ੍ਹਾਂ ਦੇ ਕਰਕੇ ਸਾਨੂੰ ਵਾਹਿਗੁਰੂ ਹਮੇਸ਼ਾ ਵਿਸਰ ਜਾਂਦਾ ਹੈ, ਜਿਨ੍ਹਾਂ ਕਰਕੇ ਪ੍ਰਮਾਤਮਾ ਵਿਸਰਿਆ ਹੋਇਆ। ਐਸੀਆਂ ਬੇਅੰਤ ਚੀਜ਼ਾਂ ਨੇ, ਬੇਅੰਤ ਗੱਲਾਂ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਇਹਨਾਂ ਤੋਂ ਪਾਰ ਕਿਵੇਂ ਲੰਘਿਆ ਜਾਵੇ। ਅੱਜ ਦਾ ਇਹ ਬਚਨ ਰਵਿਦਾਸ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਹੋਇਆ। ਸਤਿਗੁਰੂ ਰਹਿਮਤ ਕਰਕੇ ਸਮਝਾਉਂਦੇ ਨੇ, ਪਾਰ ਕੈਸੇ ਪਾਏ ਬੋਰੇ, ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਜਾਈਏ। ਵਾਸ਼ਨਾਵਾਂ ਤੋਂ, ਵਿਸ਼ਿਆਂ ਵਿਕਾਰਾਂ ਤੋਂ, ਲੋਭ ਮੋਹ ਤੋਂ, ਆਸਾ ਤ੍ਰਿਸ਼ਨਾ ਨਿੰਦਾ ਉਸਤਤ ਚੁਗਲੀ, ਇਹਨਾਂ ਤੋਂ ਕਿਵੇਂ ਪਾਰ ਲੰਘੀਏ। ਮੋਸੋਂ
कोऊ ना कहे समझाए, मैनू कोई भी ये गल आके समझाउंदा नहीं। होर मत्तां देण वाले लोग बहुत ने, होर गल्लां दस्सण वाले लोग बड़े ने, पर रब दी गल करन वाला, इन्हां औगणां तो मुक्त किवें होया जावे ये गल दस्सण वाला कोई नहीं है। दूसरियां दी निंदा करन वाले वो साडे आले दुआले बेअंत ने, पर उस परमात्मा दी उस्तत करन वाला ते उस परमात्मा दी उस्तत वल नूं प्रेरण वाला ऐसा बंदा कदे कदाई ही कोई हुंदा है। सतगुरु कहंदे कोऊ ना कहे समझाए, कोई भी नहीं कहंदा, कोई भी नहीं समझाउंदा, सीधे राह ते पाउण वास्ते कोई भी नहीं तुरदा, गलत राह ते पाउण लई सारी दुनिया तुरी फिरदी है, सही राह दस्सण लई कोई तैयार नहीं है, क्योंकि सही राह तो वो खुद भी वाकफ नहीं ने लोग। बंदा जिथे खुद उलझिया होया है वो उत्थे ही दूसरिਆਂ ਨੂੰ ਉਲਝਾਉਣ ਲੱਗਾ है, जिथे वो खुद फसिया है उत्थे वो दूसरिਆਂ ਨੂੰ भी फसाउंदा है, क्योंकि बंदा ਉਹੀ दस सकता है, ਉਹੀ कर सकता है जो वो कर रहा है, ਜਿਹਦਾ ਉਹਨੂੰ पता है। जिस दा पता ही नहीं ਉਹਦੇ ਬਾਰੇ ਉਹ ਦੱਸੇ ਕੀ, ਉਹਦੇ ਬਾਰੇ ਉਹ ਸਮਝਾਵੇ ਕੀ। ਇਸ ਲਈ ਵਾਹਿਗੁਰੂ ਦਾ ਜਿਹੜਾ ਮਾਰਗ ਹੈ ਇਹਦੇ ਸੰਬੰਧ ਵਿੱਚ ਸਤਿਗੁਰੂ ਕਹਿੰਦੇ ਹਰ ਕੋਈ ਨਹੀਂ ਜਾਣਦਾ, हर कोई नहीं ਇਹਦੇ ਬਾਰੇ कुछ समझदा। इस ਲਈ जने खने तो पुछया भी नहीं जा सकता, ते हर कोई जना खना दस भी नहीं सकता है। इस करके सतगुरु कहते मोको कोऊ ना, मोसों कोऊ ना कहे समझाए, मैनू कोई नहीं समझाउंदा, कोई नहीं दसदा मैनू। तुसीं लोकां दे कोलों पुछ लो वख-वख चीज़ां, काम धंधे बारे, पैसे बारे, लोग तुहानूं बड़ियां सलाहां दे देणगे, पर तुसीं उन्हां नूं पुछो कि वासना तो किवें मुक्त होईए, वाहिगुरू दे चरनां नाल किवें जुड़ीए, इहदा जवाब उन्हां कोल नहीं है। तुहानूं सलाह दे सकदे ने कि काम किवें करीदा है, काम नूं वधाईदा किवें है, कारोबार च वाधा किवें करीदा है, ऐसियां बेअंत चीज़ां तुहानूं दस देणगे, पर वाहिगुरू दे मामले विच उन्हां दे कोल कुछ नहीं है। ऐसा नहीं है कि दसण वाले लोग मौजूद नहीं, इत्थे बेअंत ने, बेअंत ने, बड़े लोग ने जिहड़े दसण वाले ने, धर्म दे संबंध विच भी ते संसार दे संबंध विच भी बड़े लोग ने, पर वो गल जिसनूं सुन के, जिन्नूं समझ के जीवन सवर जावे, ऐसा कोई विरला विरला ही है उसनूं दसण वाला। इस करके सतगुरु कहंदे पार कैसे पाए बोरे, मैं किवें पार पावां, किवें पार लंघ जावां इस संसार समंदर तो। मोसों कोऊ ना कहे समझाए, जाते आवागमन बिलाए, जिस राही जन्म मरण मिट जावे, जिस राही बार बार जिहड़ा ये जन्म मरण दा गेड़ पै रहा है ना, ये मिट जाए, ऐसी गल समझाउण वाला कोई नहीं मिल रहा, ऐसा कोई नहीं नजर आ रहा। सतगुरु कहंदे लोग वख-वख तरह दीयां गल्लां करदे ने। कुछ लोग कहंदे ने जी दान पुण्य करो, जे तुसीं पुछोगे भी ना लोकां कोलों तां लोग यही कहणगे जी दान पुण्य करया करो, चंगे कर्म करो, जग कराओ अपने घर, जां पूजा पाठ करया करो, फिर गल बनेगी। रविदास जी कहंदे सतयुग सत तेता जगी, द्वापर पूजा चार।
कि ये जिहड़ा दान पुण्य है ना, ये सतयुग दा सी। सतयुग दे विच लोग दान ही करते सन। उदों सत दे धार नहीं सन, इसलिए दान पुण्य ही सत कर्म करते सन। दान पुण्य, सत्य कर्म, चंगे कर्म, दान पुण्य। इसलिए ये दान की क्रिया उस वेले दी है, सतयुग दी। त्रेता जगी, जदों त्रेता युग आया तो त्रेते युग विच लोकां ने यज्ञ करने आरंभ किए। कि त्रेते विच लोग उस समय विच यज्ञ की प्रधानता हो गई कि यज्ञ करो, करवाओ। लोग यज्ञ करते ते यज्ञ करवाउंदे, जिवें अश्वमेध यज्ञ, बड़े सारे इस तरह के यज्ञ ने जिन्हां विच आहूतियां दित्तियां जांदियां। देवतियां नूं खुश करन लई, परमात्मा नूं खुश करन लई कई तरह के यज्ञ कीते जांदे सन उन्हां वेलिਆਂ ਦੇ ਵਿੱਚ। ਅੱਜ भी लोग करते हैं। सतगुरु कहते कि दुआपर विच पूजाचार, दुआपर पूजाचार, ते दुआपर युग जदों आया तो उदों पूजा पाठ, देवतियां दी पूजा, ये समा चल पिया कि देवतियां दी पूजा करो। पूजाचार आचरण, पूजा आचार, होर सारे कर्म जिहड़े पूजा पाठ नाल संबंधित ने वो करो। इस तरह इन्हां तिन्नां युगां दे विच तिन्नां कम्मां दी प्रधानता रही। सतयुग विच दान दी, त्रेते विच यज्ञ करन दी, ते वाहिगुरू द्वापर दे विच ये पूजा पाठ, देवतियां दी पूजा दे उत्ते बहुत जोर दिता गया। सतगुरु कहंदे तीनों काम तिन्नां युगां विच चलदे रहे, पर हुण की है? हुण है कल युग। तीनों युग, तीनों दड़े, तिन्नां युगां दे विच लोकां ने तीनों कर्मां नूं दृढ़ कीता। सतयुग वालियां ने दान पुण्य नूं, त्रेते वालियां ने यज्ञां नूं, द्वापर वालियां ने पूजा पाठ नूं, पूजा आचरण, ये बड़े कर्म। क्योंकि जिहो जिहा समा सी उहो जिहा कर्म किया गया। पर हुण कलयुग है। हुण ते बंदा अज दे हिसाब नाल चलेगा, ना कि जो पिछा बीत चुका। क्योंकि जिहड़ा समा गुजर गया, उस गुजर चुके समय दे विच जो असीं करते रहे हैं जां जो पहलां लोग करते रहे ने, उहनूं हुण करना जां उहदे मुताबक हुण चलना वो ठीक नहीं। उहदे मुताबक हुण नहीं चलिया जा सकदा। इस करके सतगुरु कहंदे अज दे समय विच की है, कल केवल नाम आधार। इत्थे सिर्फ वाहिगुरू दे नाम दा ही इक्को एक आधार, आसरा है, सिर्फ यही। गुरु अमरदास महाराज दे दर एक बेणी नाम दा पंडित आउंदा, बड़ा विद्वान सी, बड़े लोकां दे नाल चर्चा करदा सी, विचार चर्चा करके उन्हां नूं हराउंदा सी, उन्हां दे ग्रंथ खोह लैंदा सी। जदों वो गोइंदवाल पहुंचिया, गुरु अमरदास महाराज जी दे सिखां नूं देखिया कि उन्हां दा जीवन, उन्हां दा आचरण कैसा है, तो गुरु अमरदास महाराज नूं कहंदा कि धर्म ग्रंथां विच, पुरातन ग्रंथां दे विच ये गल्लां लिखियां ने कि जप तप करन नाल, पूजा पाठ करन नाल बंदे नूं मुक्ति मिलदी है, वो मुक्त हुंदा है, मोक्ष द्वार हासिल करदा है। पर तुहाडे सिख ना तां वो जप तप करदे ने, ना दान पुण्य करदे ने, ना तीर्थां ते इशनान करदे ने, ना होर धार्मिक कर्म करदे ने। तुहाडे सिखां दा भला किवें होएगा? इन्हां दा तां भला नहीं हो सकदा। ये किवें पार लंघणगे? तां गुरु अमरदास महाराज ने कहा कि भाई कि ये जिहड़े कर्म तुसीं दस रहे हो, ये पिछले बीत चुके युगां दे विच लोग करते रहे ने, हुण इन्हां दी कोई महत्ता नहीं है। सतगुरु कहंदे हुण इन्हां दी कोई इंपॉर्टेंस नहीं है, हुण सेवा ते सिमरन, बस यही दो है।
ਜਿਹੜਾ ਕਰੇਗਾ ਉਹਦਾ ਜੀਵਨ ਸਵਰੇਗਾ। ਇਸ ਲਈ ਸਤਿਗੁਰੂ ਕਹਿੰਦੇ ਅਸੀਂ ਆਪਣੇ ਸਿੱਖਾਂ ਨੂੰ ਸੇਵਾ ਤੇ ਸਿਮਰਨ ਕਰਨ ਵਾਲੇ ਪਾਸੇ ਲਾਇਆ ਹੈ ਕਿ ਸੇਵਾ ਕਰੋ, ਸਿਮਰਨ ਕਰੋ ਤੇ ਮੁਕਤੀ ਹੋ ਜਾਵੇਗੀ, ਮੋਕਸ਼ ਮਿਲ ਜਾਏਗਾ। ਰਵਿਦਾਸ ਜੀ ਕਹਿੰਦੇ ਕੱਲ ਕੇਵਲ ਨਾਮ ਆਧਾਰ, ਕਿ ਸਿਰਫ ਪਰਮਾਤਮਾ ਦਾ ਨਾਮ ਹੀ ਆਧਾਰ ਹੈ, ਉਹੀ ਇੱਕੋ ਇੱਕ ਆਸਰਾ ਹੈ ਜਿਹਦੇ ਰਾਹੀਂ ਵਾਹਿਗੁਰੂ ਤੱਕ ਆਪੜਿਆ ਜਾਂਦਾ ਹੈ, ਜਿਹਦੇ ਰਾਹੀਂ ਇਹ ਸੰਸਾਰ ਸਮੁੰਦਰ ਨੂੰ ਪਾਰ ਲੱਗਿਆ ਜਾਂਦਾ ਹੈ। ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਪਾਰ ਕੈਸੇ ਪਾਏਵੋ ਰੇ, ਮੋਸੋਂ ਕੋਊ ਨਾ ਕਹਿ ਸਮਝਾਏ, ਜਾਤੇ ਆਵਾਗਮਨ ਬਿਲਾਏ। ਕਿ ਕਿਵੇਂ ਪਾਰ ਲੰਘੀਏ ਮੈਨੂੰ ਕੋਈ ਨਹੀਂ ਸਮਝਾਉਂਦਾ, ਮੈਨੂੰ ਕੋਈ ਨਹੀਂ ਦੱਸਦਾ, ਜਿਹਦੇ ਰਾਹੀਂ ਆਵਾਗਮਨ ਮਿਟ ਜਾਵੇ। ਰਹਾਉ ਬਹੁਵਿਧ ਕਰਮ ਨਿਰੂਪੀਐ, ਕਰਤਾ ਦੀਸੈ ਸਭ ਲੋਏ। ਸਤਿਗੁਰੂ ਕਹਿੰਦੇ ਬੰਦਾ ਬਹੁਤ ਵਿਧੀਆਂ ਨਾਲ ਧਾਰਮਿਕ ਕਰਮ ਕਰਦਾ ਹੈ। ਬਹੁਵਿਧ ਧਰਮ ਨਿਰੂਪੀ ਹੈ। ਨਿਰੂਪੀ ਹੈ ਦਾ ਮਤਲਬ ਹੁੰਦਾ ਹੈ ਕਿ ਮਿੱਥੇ ਹੋਏ ਧਾਰਮਿਕ ਕਰਮ, ਕਿ ਬੰਦੇ ਨੇ ਬਹੁਤ ਸਾਰੇ ਧਾਰਮਿਕ ਕਰਮ ਮਿੱਥੇ ਹੋਏ ਨੇ, ਕਿ ਆ ਪੂਜਾ ਪਾਠ, ਦਾਨ ਪੁੰਨ, ਆ ਫਲਾਣਾ ਕਰਮ। ਕਈ ਤਾਂ ਐਸੇ ਵੀ ਕਰਮ ਨੇ ਕਿ ਜਿਹੜੇ ਕੁਝ ਦਿਨਾਂ ਨਾਲ ਸੰਬੰਧਿਤ ਨੇ, ਕੋਈ ਖਾਸ ਦਿਨ, ਕੋਈ ਖਾਸ ਪੁਰਬ, ਕੋਈ ਖਾਸ ਦਿਹਾੜਾ, ਕਿ ਉਹ ਕਰਮ ਉਦੋਂ ਹੀ ਕਰਨੇ ਨੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਬੰਦੇ ਨੇ ਧਾਰਮਿਕ ਕਰਮਾਂ ਨੂੰ ਮਿੱਥਿਆ ਹੋਇਆ ਕਿ ਇਹ ਕਰਮ ਇਦੋਂ ਕਰਨਾ ਹੈ, ਆਹ ਕਦੋਂ ਕਰਨਾ ਹੈ, ਫਲਾਣਾ ਕਰਮ ਕਦੋਂ ਕਰਨਾ ਹੈ। ਤੇ ਬੜੇ ਵਧੀਆਂ ਨਾਲ, ਬਹੁਵਿਧ ਬੜੀਆਂ ਵਿਧੀਆਂ ਦੇ ਨਾਲ ਇਹਨਾਂ ਧਾਰਮਿਕ ਕਰਮਾਂ ਨੂੰ ਬੰਦੇ ਨੇ ਨਿਰੂਪਿਤ ਕੀਤਾ ਹੈ, ਮਿੱਥਿਆ ਹੋਇਆ। ਕਰਤਾ ਦੀਸੈ ਸਭ ਲੋਏ, ਤੇ ਸਾਰਾ ਜੱਗ, ਲੋਏ ਮਤਲਬ ਲੁਕਾਈ, ਇਹ ਦੁਨੀਆ, ਇਹ ਸਾਰੀ ਲੁਕਾਈ, ਇਹ ਸਾਰੀ ਦੁਨੀਆ ਇਹ ਧਾਰਮਿਕ ਕਰਮ ਕਰਦੀ ਨਜ਼ਰ ਆਉਂਦੀ ਹੈ। ਇਹ ਮਿੱਥੇ ਹੋਏ ਧਾਰਮਿਕ ਕਰਮ, ਮਿੱਥੇ ਹੋਏ ਧਾਰਮਿਕ ਕਰਮਾਂ ਨੂੰ ਕਰਦੇ ਲੋਕ ਨਜ਼ਰ ਆਉਂਦੇ ਨੇ। ਐਸਾ ਹੀ ਹੈ ਨਾ ਕਿ ਜਿਹੜੇ ਸੰਸਾਰ ਦੇ ਵਿੱਚ ਕਰਮ ਮਿੱਥੇ ਹੋਏ ਨੇ, ਸਾਰਾ ਸੰਸਾਰ, ਸਾਰਾ ਜਗਤ, ਸਾਡਾ ਸਾਰਾ ਸਮਾਜ ਉਹੀ ਕਰਮ ਕਰਦਾ ਹੈ। ਕੋਈ ਵੱਖਰਾ ਕਰਦਾ ਕੋਈ ਨਜ਼ਰ ਆਉਂਦਾ? ਵੱਖਰਾ ਕਰਮ ਕਰਦਾ ਕੋਈ ਨਜ਼ਰ ਨਹੀਂ ਆਉਂਦਾ। ਲੋਕ ਉਹੀ ਕੁਝ ਕਰਦੇ ਨਜ਼ਰ ਆਉਂਦੇ ਨੇ। ਸਭ ਇੱਕੋ ਹੀ ਕਰਮ ਕਰਨ ਲੱਗ ਜਾਂਦੇ ਨੇ। ਸਭ ਦਾਨ ਕਰਦੇ ਨੇ ਤਾਂ ਦਾਨ ਹੀ ਕਰਨ ਲੱਗ ਜਾਂਦੇ। ਬਿਲਕੁਲ ਐਸਾ ਹੀ ਕਿ ਜਿਵੇਂ ਫੈਸ਼ਨ ਦਾ ਟ੍ਰੈਂਡ ਚੱਲਦਾ ਨਾ, ਕਿ ਕਿਸੇ ਕੱਪੜੇ ਲੀੜੇ ਦਾ ਟ੍ਰੈਂਡ ਚੱਲ ਪਿਆ, ਸਾਰੇ ਲੋਕ ਉਹੋ ਜਿਹੇ ਕੱਪੜੇ ਪਹਿਨਣ ਲੱਗ ਜਾਂਦੇ ਨੇ। ਬਿਲਕੁਲ ਐਸਾ ਹੀ ਧਾਰਮਿਕ ਕਰਮਾਂ ਨਾਲ ਵੀ ਹੈ ਕਿ ਜਿਹੋ ਜਿਹਾ ਧਾਰਮਿਕ ਕਰਮ ਲੋਕ ਸਮਾਜ ਵਿੱਚ ਪ੍ਰਚਲਿਤ ਹੁੰਦਾ ਹੈ, ਉਹੋ ਜਿਹੇ ਲੋਕ ਕਰਨ ਲੱਗ ਜਾਂਦੇ ਨੇ। ਉਹਦਾ ਟ੍ਰੈਂਡ ਚੱਲ ਪੈਂਦਾ ਹੈ। ਸਤਿਗੁਰੂ ਕਹਿੰਦੇ ਐਸਾ ਹੀ ਇਸ ਸੰਸਾਰ ਅੰਦਰ ਹੈ ਕਿ ਲੋਕ ਮਿੱਥੇ ਹੋਏ ਧਾਰਮਿਕ ਕਰਮ ਹੀ ਕਰਦੇ ਨੇ, ਵੱਖਰਾ ਨਹੀਂ ਕੁਝ ਕਰਦੇ, ਨਵਾਂ ਨਹੀਂ ਕੁਝ ਕਰਦੇ, ਬਸ ਉਹੀ ਜੋ ਪਹਿਲਾਂ ਚੱਲਦਾ ਆ ਰਿਹਾ, ਬਸ ਉਹੀ। ਕਵਨ ਕਰਮ ਤੇ ਛੂਟੀ ਹੈ, ਕਿਹੜੇ ਕਰਮ ਰਾਹੀਂ ਛੁਟਕਾਰਾ ਹੁੰਦਾ ਹੈ? ਕਿਸ ਕਰਮ ਰਾਹੀਂ ਬੰਦਾ ਮਾਇਆ ਦੇ ਬੰਧਨਾਂ ਤੋਂ ਛੁੱਟਦਾ ਹੈ? ਇਸ ਗੱਲ ਦੀ ਕਦੇ ਕੋਈ ਬੰਦਾ ਵਿਚਾਰ ਹੀ ਨਹੀਂ ਕਰਦਾ। ਕਦੇ ਬੰਦਾ ਵਿਚਾਰਨ ਦੀ ਹਿੰਮਤ ਹੀ ਨਹੀਂ ਕਰਦਾ ਕਿ ਜਿਹੜਾ ਸੋਚੀਏ ਤੇ ਸਹੀ ਕਿ ਉਹ ਕੰਮ ਕਰੀਏ ਜਿਹਦੇ ਨਾਲ ਛੁਟਕਾਰਾ ਹੋ ਜਾਏ। ਸਤਿਗੁਰੂ ਕਹਿੰਦੇ ਸੋ ਕਿਛ ਕਰ ਜਿਤ ਮੈਲ ਨਾ ਲੱਗੈ। ਉਹ ਕੰਮ ਕਰ ਜਿਸ ਨੂੰ ਕਰਨ ਨਾਲ ਮਨ ਮੈਲਾ ਨਾ ਹੋਵੇ, ਉਹ ਕਰਮ ਕਰੀਏ। ਕਵਨ ਕਰਮ ਤੇ ਛੁੱਟੀ ਹੈ, ਕਿਹੜੇ ਕੰਮ ਕਰਕੇ ਛੁਟਕਾਰਾ ਹੁੰਦਾ ਹੈ? ਬੰਧਨਾਂ ਤੋਂ, ਮਾਇਆ ਤੋਂ, ਕਾਮ ਕ੍ਰੋਧ ਤੋਂ। ਜੇ ਸਾਧੇ ਸਭ ਸਿੱਧ ਹੋਏ, ਜਿਸ ਇੱਕ ਕਰਮ ਨੂੰ ਸਾਧ ਲਈਏ ਤੇ ਸਭ ਸਿੱਧ ਹੋ ਜਾਵੇ, ਸਭ ਕੰਮ ਸਫਲ ਹੋ ਜਾਣ। ਕਿ ਇੱਕ ਚੀਜ਼ ਨੂੰ ਕਰ ਲਓ ਬਾਕੀ ਸਭ ਹੋ ਜਾਵੇ। ਐਸਾ ਕਰਮ ਕਿਹੜਾ ਹੈ? ਐਸਾ ਕਰਮ ਦੱਸੋ। ਤੇ ਐਸਾ ਕਰਮ ਦੱਸਣ ਵਾਲਾ ਇੱਥੇ ਕੋਈ ਵੀ ਨਹੀਂ, ਕਿਉਂਕਿ ਲੋਕ ਵੱਖ-ਵੱਖ ਕਰਮਾਂ ਵਿੱਚ ਫਸੇ ਨੇ, ਵੱਖ-ਵੱਖ ਝਮੇਲਿਆਂ ਵਿੱਚ ਫਸੇ ਨੇ। ਕਵਨ ਕਰਮ ਤੇ ਛੂਟੀ ਹੈ, ਜੇ ਸਾਧੇ ਸਭ ਸਿੱਧ ਹੋਏ, ਕਰਮ ਅਕਰਮ ਵਿਚਾਰੀਐ। ਸ਼ੰਕਾ ਸੁਨ ਵੇਦ ਪੁਰਾਣ। ਸਤਿਗੁਰੂ ਕਹਿੰਦੇ ਬੰਦਾ ਵੇਦਾਂ, ਪੁਰਾਣਾ, ਧਰਮ ਗ੍ਰੰਥਾਂ ਨੂੰ ਪੜ੍ਹਦਾ, ਵਿਚਾਰਦਾ, ਪਰ ਉਹਨਾਂ ਨੂੰ ਪੜ੍ਹਨ ਵਿਚਾਰਨ ਤੋਂ ਬਾਅਦ ਉਹ ਸ਼ੰਕਿਆਂ ਵਿੱਚ ਪੈ ਜਾਂਦਾ ਹੈ। ਸੰਦੇਹ ਉੱਠ ਖੜੋਂਦੇ ਨੇ ਉਹਦੇ ਮਨ ਵਿੱਚ। ਸ਼ੰਕੇ, ਬਹੁਤ ਸਾਰੇ ਸੰਦੇਹ
कर्म अकर्म कि आ कर्म करन नाल आ हुंदा है, फलाना कर्म करन नाल आ हुंदा है। गुरु अमरदास महाराज दा बचन पढ़दे ना आपां रोज़। सतगुरु कहंदे लोग की करदे ने, सिमरत शास्त्र पुण्य पाप विचारदे। लोग सिमरतियां शास्त्रां नूं पढ़दे तां हैगे ने, पर उन्हां नूं करके पढ़ के करदे की ने? पुण्य पाप विचारदे रहिंदे ने कि इस काम नूं करन नाल पुण्य लगदा है, इस कर्म नूं करन नाल पाप लगदा है। तत्तै सार ना जाणी, तत्त दी सार नहीं जाणदे, पाप पुण्य दी विचार विच ही उलझे रह जांदे ने लोग। लोग जानना भी यही चाहुंदे ने कि किहड़ा काम चंगा है ते किहड़ा मंदा है, इसलिए उही करिए जिहड़ा चंगा है, जिहदे तो लाभ मिलदा होवे। लोग इन्हां विच ही उलझ के रह जांदे ने, इसलिए सच नूं सही गल नूं कदे समझ ही नहीं पांदे। सतगुरु कहंदे शंकिआं दे नाल भर जांदा है बंदा, कर्म अकर्म, करन जोग काम ते ना करन जोग काम, इन्हां दी विचार करदा रहिंदा है। शंका सुन वेद पुराण, धर्म ग्रंथां नूं सुन सुन के मन विच शंके पैदा हुंदे रहिंदे ने। मन शंकिआं दे नाल भरिया होया। संसा सद हिरदै वसै, हमेशा संसा सहम हिरदे विच ही वसदा है, हमेशा सहम दिल विच ही वसिया रहिंदा है। संसा सद हिरदै वसै, कौन हिरै अभिमान। फिर मन का अभिमान कौन दूर करे, मन का अहंकार कौन हिरे। संसा ते उमें दा उमें है, संसा ते गया ही नहीं, वो मिटिया ही नहीं, संसा ते मिटिया ही नहीं। मन का सहम नहीं गया, सगों मन विच होर होर शंके पैदा हो गए, मन विच होर होर झमेले खड़े हो गए। सतगुरु कहंदे लाभ की होया? कुछ भी नहीं। बाहर उदक पखाली है, पखारी है, बाहरों बंदा अपने आप नूं पानी नाल धो सवार लैंदा। उदक कहंदे पानी, पखारना मतलब अपने आप नूं धो सवार लेना, इशनान कर लेना। बाहर उदक पखारी है, कट भीतर विविध विकार। बाहरों बंदे ने इशनान कर लिया, अपने शरीर नूं चंगी तरह साफ कर लिया, नहा धो लिया, पर बहुविध विकार अंदर जिहड़े ने वो बहुत विकार भरे हुए ने। अंदर विषयां विकारां नाल बंदा भरिया होया। बाहरों वधिया कपड़े पहन लेने, नहा धो के बहुत सोहना ड्यू ला लिया, परफ्यूम ला लिया, बाहरों ते सब ठीक कर लिया, पर अंदर अंदर मन विच वासना, मन विच क्रोध, लोभ, मोह, अहंकार, ऐसे बेअंत औगण, ईर्षा, निंदा, चुगली, द्वेष, कूड़ कवाड़ भरिया पिया मन विच। सतगुरु कहंदे अंदर कुछ होर है ते बाहर कुछ होर है। बाहर शरीर नूं देखो ते खुशबू आ रही है, अतर लाया होया शरीर नूं, परफ्यूम छिड़किया होया कपड़ियां दे उत्ते, खुशबू आ रही, पर जे मन विच झात मार के देखो तो बदबू नाल भरिया होया। वो ते परमेश्वर ने खेड ऐसी रची है कि मन दे विच झाती मार के देख नहीं हुंदा, नहीं तां साडी हालत की हुंदी जे कोई बंदा साडे अंदर देख लैंदा झाक के। वो तो वाहिगुरू ने ही ऐसा बंदोबस्त कर दिता है कि कोई बंदा किसी दे मन विच झाक नहीं सकता, पर जे झाक लवे तो फिर किन्नी नामोशी का सामना करना पवे। फिर की कुछ सानू झेलना पवे, क्योंकि मन विच बहुत कुछ कूड़ कवाड़ है कि जुबान तो असीं कह दिंदे आ बंदे नूं जी आया नूं, कोई दरवाजे ते आ गया अचानक, पर मन विच ते कहंदे आ कि कित्थे टक्कर गया। इसलिए जे कोई साडे मन नूं पढ़ लवे तां साडे ते की वापरे। इसलिए जिहड़ा बंदा मन दी बुझ लैंदा ना, लोग ਉਹਦੇ ਤੋਂ बहुत डरदे ने, लोग ਉਹਦੇ ਤੋਂ बहुत डरदे ने।
ਇਸੇ ਕਰਕੇ ਕਿਉਂਕਿ ਮਨ ਵਿੱਚ ਬੜਾ ਕੁਝ ਹੈ, ਬਹੁਤ ਕੁਝ ਗਲਤ ਮਲਤ ਛਿਪਿਆ ਹੋਇਆ ਮਨ ਵਿੱਚ। ਇਸ ਲਈ ਤਾਂ ਗੁਰੂ ਸਾਹਿਬ ਨੂੰ ਅੰਤਰਜਾਮੀ ਕਹਿੰਦੇ ਆ, ਤੇ ਗੁਰੂ ਨੂੰ ਇਹ ਬਾਰ-ਬਾਰ ਬੇਨਤੀਆਂ ਕਰਦੇ ਆ ਕਿ ਸਾਡਾ ਪਰਦਾ ਕੱਜ ਲਈ, ਕਿ ਸਾਡੇ ਔਗਣਾਂ ਤੇ ਪਰਦਾ ਪਾ ਦੇਈ। ਕਿਉਂ? ਕਿਉਂਕਿ ਸਾਡੇ ਮਨ ਵਿੱਚ ਜੋ ਹੈ ਉਹ ਕਿਸੇ ਦੇ ਸਾਹਮਣੇ ਉਘਾੜ ਨਾ ਦੇਈ, ਸਾਡੇ ਔਗਣ ਕਿਸੇ ਦੇ ਸਾਹਮਣੇ ਫਰੋੜ ਨਾ ਦੇਵੀ। ਕਿਉਂਕਿ ਦੁਨੀਆ ਵਿੱਚ ਅਸੀਂ ਕੁਝ ਹੋਰ ਬਣ ਕੇ ਬੈਠੇ ਹੋਏ ਹਾਂ। ਸਤਿਗੁਰੂ ਕਹਿੰਦੇ ਬਾਹਰ ਉਦਕ ਭਿਖਾਰੀ ਹੈ, ਬਾਹਰੋਂ ਬੰਦਾ ਆਪਣੇ ਆਪ ਨੂੰ ਨਵਾ ਧਵਾ ਕੇ ਸਵਾਰ ਲੈਂਦਾ, ਘਟ ਭੀਤਰ ਵਿਵਿਧ ਵਿਕਾਰ ਸੁੱਧ ਕਵਨ ਪਰ ਹੋਏ ਵੋ। ਸਤਿਗੁਰੂ ਕਹਿੰਦੇ ਕਿਵੇਂ ਬੰਦਾ ਸ਼ੁੱਧ ਹੋਵੇ, ਕਿਸ ਵਿਧੀ ਨਾਲ ਸ਼ੁੱਧਤਾ ਆਵੇ ਜੀਵਨ ਵਿੱਚ। ਸ਼ੁੱਧ ਕਵਨ ਪਰ ਹੋਏ ਵੋ ਸੁਚ ਕੁੰਚਰ ਵਿਦ ਵਿਵਹਾਰ। ਇਹ ਤੇ ਹਾਥੀ ਦੇ ਇਸ਼ਨਾਨ ਵਰਗਾ ਹੈ, ਹਾਥੀ ਦੀ ਸੁਚਮਤਾ ਵਰਗਾ, ਕਿ ਜਿਵੇਂ ਹਾਥੀ ਨੇ ਨਦੀ ਵਿੱਚ ਬੜਾ ਇਸ਼ਨਾਨ ਕੀਤਾ, ਕਾਫੀ ਦੇਰ ਬੈਠਾ ਰਿਹਾ ਪਾਣੀ ਦੇ ਵਿੱਚ ਆਪਣੇ ਆਪ ਨੂੰ ਧੋਂਦਾ ਰਿਹਾ, ਪਰ ਜਦੋਂ ਬਾਹਰ ਆਇਆ, ਬਾਹਰ ਆ ਕੇ ਉਸਨੇ ਆਪਣੀ ਸੁੰਡ ਨਾਲ ਰੇਤਾ ਮਿੱਟੀ ਚੁੱਕ ਕੇ ਆਪਣੇ ਉੱਪਰ ਸੁੱਟ ਲਈ। ਉਹ ਲਿਟਣ ਲੱਗ ਪਿਆ ਰੇਤ ਵਿੱਚ, ਮਿੱਟੀ ਵਿੱਚ। ਸਤਿਗੁਰੂ ਕਹਿੰਦੇ ਬੰਦੇ ਦੀ ਹਾਲਤ ਵੀ ਐਸੀ ਹੀ ਹੈ ਕਿ ਪੂਜਾ ਪਾਠ ਕਰਦਾ ਹੈ, ਧਾਰਮਿਕ ਕਰਮ ਕਰਦਾ ਹੈ, ਜਪ ਤਪ ਸਿਮਰਨ ਕਰਦਾ ਹੈ, ਤੇ ਫਿਰ ਉਹਦਾ ਹੰਕਾਰ ਕਰ ਲੈਂਦਾ, ਤੇ ਹੰਕਾਰ ਕਰਕੇ ਹਾਥੀ ਵਾਂਗੂ ਆਪਣੇ ਸਿਰ ਵਿੱਚ ਸਵਾਹ ਪਾ ਲੈਂਦਾ। ਸਤਿਗੁਰੂ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰਿਆ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਦੇ ਇਸ਼ਨਾਨ ਵਾਂਗੂ ਵਿਅਰਥ ਗਿਆ। ਸਤਿਗੁਰੂ ਕਹਿੰਦੇ ਸੁੱਧ ਕਵਨ ਪਰ ਹੋਏ ਵੋ, ਸ਼ੁੱਧਤਾ ਕਿਵੇਂ ਆਵੇ, ਸੁਚ ਕੁੰਚਰ ਵਿਦ ਵਿਵਹਾਰ। ਕੁੰਚਰ ਮਤਲਬ ਹਾਥੀ, ਹਾਥੀ ਦੇ ਇਸ਼ਨਾਨ ਵਰਗਾ ਵਿਵਹਾਰ ਹੈ ਬੰਦੇ ਦਾ। ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ। ਸਤਿਗੁਰੂ ਕਹਿੰਦੇ ਇਹ ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਜਦੋਂ ਰਵ ਪ੍ਰਗਾਸ, ਰਵ ਮਤਲਬ ਸੂਰਜ, ਸੂਰਜ ਦਾ ਜਦੋਂ ਪ੍ਰਕਾਸ਼ ਹੁੰਦਾ ਤਾਂ ਰਜਨੀ ਰਾਤ, ਰਾਤ ਜਿਹੜੀ ਹੈ, ਰਾਤ ਦਾ ਹਨੇਰਾ ਜੋ ਹੈ ਉਹ ਬਿਨਸ ਜਾਂਦਾ ਹੈ। ਗਤ ਜਾਣਤ ਸਭ ਸੰਸਾਰ, ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਰਾਤ ਦਾ ਹਨੇਰਾ ਮਿਟ ਜਾਂਦਾ ਹੈ। ਬਿਲਕੁਲ ਐਸਾ ਹੀ ਜਦੋਂ ਵਾਹਿਗੁਰੂ ਦਾ ਚਾਨਣ ਸਾਡੇ ਹਿਰਦੇ ਵਿੱਚ ਹੁੰਦਾ, ਉਹਦੇ ਨਾਮ ਦਾ, ਤਾਂ ਸਾਡੇ ਅੰਦਰ ਦੀ ਅਗਿਆਨਤਾ ਦੀ ਰਾਤ ਉਹ ਮਿਟ ਜਾਂਦੀ ਹੈ। ਪਾਰਸ ਮਾਨੋ ਤਾਂਬੋ ਛੂਹੇ, ਜਦੋਂ ਪਾਰਸ ਤਾਂਬੇ ਨੂੰ ਛੂਹਦਾ ਤਾਂ ਤਾਂਬਾ ਨਹੀਂ ਰਹਿ ਜਾਂਦਾ, ਕਣਕ ਹੋਤ ਨਹੀਂ ਵਾਰ, ਉਹ ਸੋਨੇ ਵਿੱਚ ਬਦਲ ਜਾਂਦਾ ਹੈ। ਉਹਨੂੰ ਸੋਨਾ ਹੁੰਦਿਆਂ ਦੇਰੀ ਨਹੀਂ ਲੱਗਦੀ। ਪਾਰਸ ਨੂੰ ਛੂਹ ਕੇ ਤਾਂਬਾ ਸੋਨੇ ਵਿੱਚ ਬਦਲ ਜਾਂਦਾ ਹੈ। ਬਿਲਕੁਲ ਐਸਾ ਜਦੋਂ ਬੰਦਾ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹਦੇ ਚਰਨਾਂ ਨਾਲ ਛੂਹ ਜਾਂਦਾ ਹੈ, ਤਾਂ ਇਹ ਬੰਦਾ ਵੀ ਆਮ ਨਹੀਂ ਰਹਿ ਜਾਂਦਾ, ਇਹ ਵੀ ਵਾਹਿਗੁਰੂ ਜੈਸਾ, ਸੋਨੇ ਜੈਸਾ ਕੀਮਤੀ ਹੋ ਜਾਂਦਾ ਹੈ, ਉਸ ਵਾਹਿਗੁਰੂ ਵਰਗਾ ਹੋ ਜਾਂਦਾ ਹੈ। ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ। ਸਤਿਗੁਰੂ ਕਹਿੰਦੇ ਜਿਹਦੇ ਭਾਗ ਹੋਣ, ਜਿਹਦੇ ਪੂਰਬ ਕਰਮ ਪ੍ਰਗਟ ਹੋ ਜਾਣ, ਉਸ ਨੂੰ ਉਹ ਪਰਮ ਪਰਸ ਸਤਿਗੁਰੂ ਮਿਲ ਪੈਂਦਾ ਹੈ, ਉਹਨੂੰ ਗੁਰੂ ਮਿਲ ਪੈਂਦਾ ਹੈ। ਜਿਹਦੇ ਭਾਗ ਜਾਗ ਪੈਣ, ਉਹਨੂੰ ਗੁਰੂ ਹਾਸਲ ਹੋ ਗਿਆ, ਕਿ ਜਿਹਦਾ ਅਵਸਰ ਆ ਗਿਆ, ਸਬੱਬ ਬਣ ਗਿਆ। ਕਿਉਂਕਿ ਚੰਗੀਆਂ ਘਟਨਾਵਾਂ ਸਬੱਬ ਨਾਲ ਵਾਪਰਦੀਆਂ, ਆਪਣੇ ਯਤਨ ਨਾਲ ਨਹੀਂ। ਕਿਉਂਕਿ ਆਪਣੇ ਯਤਨ ਨਾਲ ਅਸੀਂ ਜੋ ਕਰਦੇ ਹਾਂ ਉਹ ਬਹੁਤੀ ਵੇਰ ਅੱਧਾ ਅਧੂਰਾ ਰਹਿ ਜਾਂਦਾ ਹੈ, ਪਰ ਜੋ ਉਹ ਕਿਰਪਾ ਕਰਕੇ ਵਰਤਾਉਂਦਾ ਉਹਨੂੰ ਅਸੀਂ ਸਬੱਬ ਕਹਿੰਦੇ ਹਾਂ, ਕਿ ਸਬੱਬ ਬਣਿਆ। ਅਚਾਨਕ ਕੁਝ ਵਾਪਰ ਗਿਆ, ਸੁੱਖ ਦੀਆਂ, ਆਨੰਦ ਦੀਆਂ ਘਟਨਾਵਾਂ, ਜੋ ਵੀ ਚੰਗਾ ਹੁੰਦਾ ਜੀਵਨ ਦੇ ਵਿੱਚ, ਉਹ ਅਚਾਨਕ ਵਾਪਰਦਾ, ਅਚਾਨਕ, ਵੀ ਚਿੱਤ ਚੇਤਾ ਵੀ ਨਹੀਂ ਸੀ ਉਹਦਾ। ਇਸ ਲਈ ਵਾਹਿਗੁਰੂ ਇਹ ਦੋ ਘਟਨਾਵਾਂ ਅਚਾਨਕ ਹੀ ਵਰਤਾਉਂਦਾ, ਅਚਾਨਕ ਵਾਪਰਦਾ, ਜਿਹਦੀ ਉਮੀਦ ਨਾ ਕੀਤੀ ਹੋਵੇ। ਸਤਿਗੁਰੂ ਕਹਿੰਦੇ ਜਦੋਂ ਭਾਗ ਜਾਗ ਪੈਂਦੇ ਨੇ, ਸਬੱਬ ਬਣਦਾ, ਤਾਂ ਗੁਰੂ ਦੇ ਨਾਲ ਮਿਲਾਪ ਹੁੰਦਾ। ਉਨ ਮਨ ਹੀ ਮਿਲੇ। ਜਦੋਂ ਵਾਹਿਗੁਰੂ ਨੂੰ ਮਿਲਣ ਦੀ ਉਨ ਮਨ ਤਾਂਘ ਹੋਵੇ, ਜਦੋਂ ਮਨ ਵਿੱਚ ਤਾਂਘ ਹੋਵੇ ਨਾ, ਤਾਂ ਫਿਰ ਸਤਿਗੁਰੂ ਕਹਿੰਦੇ ਉਹ ਮਿਲ ਹੀ ਪੈਂਦਾ।
ਜੇ ਮਨ ਵਿੱਚ ਤਾਂਘ ਹੈ। ਜੇ ਮਨ ਵਿੱਚ ਤਾਂਘ ਨਹੀਂ ਨਾ ਤਾਂ ਫਿਰ ਨਹੀਂ ਮਿਲਦਾ। ਹਰ ਬੰਦੇ ਨੂੰ ਉਹ ਚੀਜ਼ ਜੀਵਨ ਵਿੱਚ ਜ਼ਰੂਰ ਮਿਲਦੀ ਹੈ ਜਿਸ ਚੀਜ਼ ਦੀ ਬੰਦੇ ਨੂੰ ਤਾਂਘ ਹੋਵੇ, ਚਾਹੇ ਉਹ ਕੁਛ ਵੀ ਹੋਵੇ, ਪੈਸਾ ਹੋਵੇ, ਚੀਜ਼ਾਂ ਹੋਣ, ਰੂਪ ਹੋਵੇ, ਕੁਛ ਵੀ ਹੋਵੇ। ਜਿਹਦੀ ਤਾਂਘ ਉਹਨੂੰ ਹੁੰਦੀ ਹੈ ਜੀਵਨ ਵਿੱਚ, ਬਹੁਤ ਜ਼ਿਆਦਾ ਤਾਂਘ ਹੁੰਦੀ ਹੈ, ਉਹ ਚੀਜ਼ ਮਿਲ ਕੇ ਹੀ ਰਹਿੰਦੀ ਉਹਨੂੰ। ਇਹ ਸੁਭਾਵਕ ਹੈ, ਇਹ ਐਸਾ ਹੋਵੇਗਾ ਹੀ। ਹਰ ਬੰਦਾ ਉਸ ਚੀਜ਼ ਨੂੰ ਹਾਸਲ ਕਰ ਲੈਂਦਾ ਹੈ ਜਿਹਦੀ ਉਹਨੂੰ ਤਾਂਘ ਹੈ ਬਹੁਤ ਜ਼ਿਆਦਾ। ਸਤਿਗੁਰੂ ਕਹਿੰਦੇ ਜਿਸ ਨੂੰ ਵਾਹਿਗੁਰੂ ਦੀ ਤਾਂਘ ਹੁੰਦੀ ਹੈ ਉਹਨੂੰ ਵਾਹਿਗੁਰੂ ਮਿਲ ਹੀ ਪੈਂਦਾ ਹੈ। ਤੇ ਕਿੱਥੋਂ ਮਿਲਦਾ? ਮਨ ਹੀ ਮਿਲੇ, ਆਪਣੇ ਅੰਦਰ ਹੀ ਮਿਲ ਪੈਂਦਾ ਹੈ, ਆਪਣੇ ਅੰਦਰ ਹੀ। ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਜਦੋਂ ਮਨ ਦੇ ਬਜਰ ਕਪਾਟ ਖੁੱਲ ਜਾਂਦੇ ਨੇ, ਛੁੱਟ ਜਾਂਦੇ ਨੇ, ਤਦੋਂ ਉਹ ਵਾਹਿਗੁਰੂ ਆਪਣੇ ਅੰਦਰ, ਆਪਣੇ ਮਨ ਅੰਦਰ ਹੀ ਮਿਲ ਪੈਂਦਾ ਹੈ। ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ। ਸਤਿਗੁਰੂ ਕਹਿੰਦੇ ਪ੍ਰਮਾਤਮਾ ਦੀ ਭਗਤੀ ਕਰਕੇ, ਗੁਰੂ ਦੀ ਮੱਤ ਤੇ ਚੱਲ ਕੇ ਜਿਹੜੀ ਜੁਗਤੀ, ਜੋ ਭਗਤੀ ਅਤੇ ਜੁਗਤੀ, ਜਦੋਂ ਇਹ ਦੋਨੋਂ ਚੀਜ਼ਾਂ ਅਤੇ ਗੁਰੂ ਦੀ ਮੱਤ ਉਹਨੂੰ ਸੱਤ ਕਰਕੇ ਬੰਦਾ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲੈਂਦਾ, ਤਦੋਂ ਭ੍ਰਮ ਬੰਧਨ ਕਾਟ ਵਿਕਾਰ, ਤਦੋਂ ਮਾਇਆ ਦੇ ਭਟਕਣਾ ਦੇ ਸਭ ਬੰਧਨ ਵਿਕਾਰਾਂ ਦੇ ਉਹ ਕੱਟੇ ਜਾਂਦੇ ਨੇ। ਜਦੋਂ ਭਗਤੀ ਨੂੰ ਅਸੀਂ ਦ੍ਰਿੜ ਕਰ ਲੈਂਦੇ ਹਾਂ, ਜਦੋਂ ਗੁਰੂ ਦੀ ਮੱਤ ਨੂੰ ਅਸੀਂ ਦ੍ਰਿੜ ਕਰ ਲੈਂਦੇ ਹਾਂ, ਫਿਰ ਭਟਕਣਾ ਮਿਟਦੀ ਹੈ, ਫਿਰ ਮਾਇਆ ਦੇ ਬੰਧਨ ਟੁੱਟਦੇ ਨੇ। ਸਤਿਗੁਰੂ ਕਹਿੰਦੇ ਸੋਈ ਬਸ ਰਸ ਮਨ ਮਿਲੇ, ਨਿਰਗੁਣ ਏਕ ਵਿਚਾਰ। ਜਿਹਦੇ ਮਨ ਵਿੱਚ ਸਿਰਫ ਤੇ ਸਿਰਫ ਉਸ ਨਿਰਗੁਣ ਪਰਮਾਤਮਾ ਦੀ ਹੀ ਇੱਕ ਵਿਚਾਰ ਹੁੰਦੀ ਹੈ, ਸਤਿਗੁਰੂ ਕਹਿੰਦੇ ਉਸੇ ਬੰਦੇ ਨੂੰ ਵਾਹਿਗੁਰੂ ਦਾ ਰਸ, ਉਹਦੇ ਨਾਮ ਦਾ ਰਸ ਹਾਸਲ ਹੁੰਦਾ ਹੈ। ਸਿਰਫ ਉਸੇ ਨੂੰ, ਜਿਹਦੇ ਮਨ ਵਿੱਚ ਵਾਹਿਗੁਰੂ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਇਸ ਲਈ ਮੈਂ ਬਹੁਤ ਦਫਾ ਤੁਹਾਨੂੰ ਬੇਨਤੀ ਕਰਦਾ ਰਹਿਣਾ ਕਿ ਹੋਰ ਨਹੀਂ, ਜ਼ਿਆਦਾ ਨਹੀਂ ਕਰ ਸਕਦੇ, ਬਸ ਸਿਰਫ ਇੰਨਾ ਕਰੋ ਕਿ ਜਿੰਨੀ ਦੇਰ ਤੁਸੀਂ ਗੁਰਦੁਆਰੇ ਬੈਠੋ, ਸਿਰਫ ਓਨੀ ਦੇਰ ਸਭ ਕਾਸੇ ਨਾਲੋਂ ਆਪਣੇ ਆਪ ਨੂੰ ਤੋੜ ਲਵੋ। ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ, ਕੌਣ ਕੀ ਕਰ ਰਿਹਾ ਹੈ, ਕੌਣ ਕੀ ਨਹੀਂ ਕਰ ਰਿਹਾ, ਸਭ ਚੀਜ਼ਾਂ ਛੱਡ ਕੇ ਸਿਰਫ ਤੇ ਸਿਰਫ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਦੂਸਰੀ ਗੱਲ ਚਿੱਤ ਵਿੱਚ ਨਾ ਰਹੇ। ਚਾਹੇ ਤੁਸੀਂ 2 ਮਿੰਟ ਬਹਿਣਾ ਤੇ ਚਾਹੇ 10 ਮਿੰਟ ਤੇ ਚਾਹੇ ਅੱਧਾ ਘੰਟਾ ਜਾਂ ਘੰਟਾ, ਜਿੰਨੀ ਦੇਰ ਵੀ ਗੁਰੂ ਦੇ ਦਰ ਬੈਠਣਾ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨਾ ਹੈ, ਪਾਠ ਸੁਣਨਾ ਹੈ, ਜਾਂ ਵੈਸੇ ਹੀ ਤੁਸੀਂ ਗੁਰੂ ਦੇ ਕੋਲ ਕੁਛ ਦੇਰ ਬੈਠੇ ਹੋ, ਬਸ ਉਨੀ ਦੇਰ ਲਈ ਦੁਨੀਆ ਨਾਲੋਂ ਆਪਣੇ ਆਪ ਨੂੰ ਤੋੜ ਲਵੋ, ਆਪਣੇ ਆਪ ਨੂੰ ਭੁੱਲ ਜਾਓ, ਸੰਸਾਰ ਨੂੰ ਭੁੱਲ ਜਾਓ, ਆਪਣੇ ਮੋਬਾਈਲ ਫੋਨ ਨੂੰ ਭੁੱਲ ਜਾਓ, ਸਭ ਚੀਜ਼ਾਂ ਨੂੰ ਭੁਲਾ ਦਿਓ, ਬਸ ਤੁਸੀਂ ਤੇ ਗੁਰੂ, ਬਸ ਮਨ ਵਿੱਚ ਸਿਰਫ ਉਹੀ, ਫਿਰ ਗੱਲ ਬਣਨੀ, ਉਸ ਤੋਂ ਬਿਨਾਂ ਨਹੀਂ। ਸਤਿਗੁਰੂ ਕਹਿੰਦੇ ਨਿਰਗੁਣ ਏਕ ਵਿਚਾਰ, ਸਿਰਫ ਇੱਕ ਵਿਚਾਰ, ਸਿਰਫ ਉਸ ਵਾਹਿਗੁਰੂ ਦੀ, ਹੋਰ ਕੁਝ ਵੀ ਨਹੀਂ ਹੋਣਾ ਚਾਹੀਦਾ। ਜਦੋਂ ਇਸ ਤਰ੍ਹਾਂ ਸਿਰਫ ਉਸ ਇੱਕ ਵਾਹਿਗੁਰੂ ਦੀ ਵਿਚਾਰ ਹੀ ਮਨ ਵਿੱਚ ਰਹਿ ਜਾਂਦੀ ਹੈ, ਬਾਕੀ ਸਭ ਵਿਚਾਰਾਂ ਮਿਟ ਜਾਂਦੀਆਂ। ਸਤਿਗੁਰੂ ਕਹਿੰਦੇ ਸੋਈ ਬਸ ਰਸ ਮਨ ਮਿਲੇ, ਉਹੀ ਰਸ ਫੇਰ ਮਨ ਵਿੱਚ ਹਾਸਲ ਹੁੰਦਾ, ਫਿਰ ਉਹ ਬਸ ਵਿੱਚ ਆਉਂਦਾ, ਉਂਝ ਨਹੀਂ। ਇਸ ਕਰਕੇ ਰਵਿਦਾਸ ਜੀ ਕਹਿੰਦੇ ਅਨੇਕ ਯਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਕਿ ਬੰਦਾ ਅਨੇਕਾਂ ਯਤਨ ਕਰਦਾ, ਅਨੇਕਾਂ ਕੋਸ਼ਿਸ਼ਾਂ ਕਰਦਾ, ਪਰ ਇਹ ਭਟਕਣਾ ਦੀ ਫਾਹੀ ਐਸੀ ਹੈ, ਇਹ ਟਾਲੀ ਟਲਦੀ ਨਹੀਂ, ਇਹ ਮਨ ਭਟਕਣੋਂ ਹਟਦਾ ਨਹੀਂ। ਤੁਸੀਂ ਲੱਖ ਕੋਸ਼ਿਸ਼ ਕਰ ਲਓ, ਮਨ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਟਕ ਹੀ ਜਾਵੇਗਾ, ਇਹ ਨਿਕਲ ਹੀ ਜਾਵੇਗਾ। ਸਤਿਗੁਰੂ ਕਹਿੰਦੇ ਬੜੇ ਯਤਨ ਕਰਦਾ ਬੰਦਾ, ਬੜੀ ਕੋਸ਼ਿਸ਼ ਕਰਦਾ, ਪਰ ਇਹ ਭਟਕਣਾ ਨਹੀਂ ਮਿਟਦੀ, ਇਹਨੂੰ ਮਿਟਾਉਣਾ ਬਹੁਤ ਔਖਾ ਹੈ। ਇਸ ਲਈ ਪ੍ਰੇਮ ਭਗਤ ਨਹੀਂ ਉਪਜੈ। ਸਤਿਗੁਰੂ ਕਹਿੰਦੇ ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ, ਤਾਤੇ ਰਵਿਦਾਸ ਉਦਾਸ। ਸਤਿਗੁਰੂ ਕਹਿੰਦੇ ਇਸ ਕਰਕੇ ਮੈਂ ਉਦਾਸ ਹਾਂ,
ਇਸ ਕਰਕੇ ਮੇਰੇ ਮਨ ਤੇ ਉਦਾਸੀ ਹੈ, ਕਿਉਂਕਿ ਪ੍ਰੇਮਾ ਭਗਤੀ ਨਹੀਂ ਪੈਦਾ ਹੋ ਰਹੀ ਅੰਦਰ, ਪ੍ਰੇਮ ਨਹੀਂ ਪੈਦਾ ਹੋ ਰਿਹਾ ਪਰਮੇਸ਼ਰ ਦਾ, ਉਹਦਾ ਪ੍ਰੇਮ ਨਹੀਂ ਉਪਜਦਾ। ਜਦੋਂ ਤੱਕ ਪ੍ਰੇਮ ਉਪਜਦਾ ਨਹੀਂ ਉਦੋਂ ਤੱਕ ਭਗਤੀ ਥਾਂ ਨਹੀਂ ਪੈਣੀ। ਭਗਤੀ ਬਹੁਤ ਕਰ ਰਹੇ ਨੇ ਲੋਕ, ਸਿਮਰਨ ਬਹੁਤ ਕਰ ਰਹੇ ਨੇ, ਸਾਧਨਾ ਬਹੁਤ ਕਰ ਰਹੇ ਨੇ, ਸੇਵਾ ਬਹੁਤ ਕਰ ਰਹੇ ਨੇ, ਪਰ ਉਹ ਕਬੂਲ ਨਹੀਂ ਪੈਂਦੀ ਕਿਉਂਕਿ ਨਾਲ ਪ੍ਰੇਮ ਨਹੀਂ ਹੈ, ਤੇ ਪ੍ਰੇਮ ਤੋਂ ਬਿਨਾਂ ਗੱਲ ਬਣਦੀ ਨਹੀਂ ਹੈ। ਇਸ ਲਈ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ, ਭਗਤੀ ਭਾਵੇਂ ਥੋੜੀ ਹੋਵੇ, ਉਹ ਥੋੜੀ ਨਾਲ ਵੀ ਪਾਰ ਲੰਘ ਜਾਂਦੇ ਨੇ, ਥੋੜੇ ਨਾਲ ਵੀ ਉਹਨਾਂ ਦਾ ਬੇੜਾ ਪਾਰ ਹੋ ਜਾਂਦਾ। ਇਸ ਲਈ ਸਤਿਗੁਰੂ ਕਹਿੰਦੇ ਇਹ ਪ੍ਰੇਮ ਭਗਤੀ ਪੈਦਾ ਹੋ ਜਾਵੇ ਸਭ ਦੇ ਹਿਰਦੇ ਅੰਦਰ, ਸਾਡੇ ਸਾਰਿਆਂ ਦੇ ਮਨ ਅੰਦਰ, ਤਾਂ ਇਸ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।